ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵਧਾਰਾ ਦੇ ਕਵੀ ਸ਼ਾਹ ਹੁਸੈਨ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਧਾਰਾ ਕੀ ਹੈ। ਸੂਫੀ ਕਾਵਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਧਾਰਾ ਹੈ। ਇਸ ਦਾ ਜਨਮ ਪੂਰਵ ਨਾਨਕ ਕਾਲ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਹੋਇਆ। ਪੂਰਵ ਨਾਨਕ ਕਾਲ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਆਰੰਭ ਹੋਈ ਸੂਫੀ ਕਾਵਧਾਰਾ ਗੁਰੂ ਨਾਨਕ ਕਾਲ ਵਿੱਚ ਵਧੇਰੇ ਪ੍ਰਫੁੱਲਤ ਅਤੇ ਵਿਕਸਿਤ ਹੋਈ। ਇਸ ਕਾਲ ਵਿੱਚ ਸ਼ਾਹ ਹੁਸੈਨ ਇੱਕ ਮਹੱਤਵਪੂਰਨ ਸੂਫੀ ਕਵੀ ਹੋਏ ਹਨ। ਸ਼ਾਹ ਹੁਸੈਨ ਦਾ ਜਨਮ ਸ਼ੇਖ ਉਸਮਾਨ ਦੇ ਘਰ ਲਾਹੌਰ ਵਿੱਚ 1539 ਈਸਵੀ ਵਿੱਚ ਹੋਇਆ। ਬਚਪਨ ਵਿੱਚ ਆਪ ਨੂੰ ਮੌਲਵੀ ਅਬੂ ਬਕਰ ਸਾਹਿਬ ਕੋਲ ਪੜ੍ਹਨੇ ਪਾਇਆ ਗਿਆ ਅਤੇ 7 ਵਰ੍ਹਿਆਂ ਦੀ ਉਮਰ ਵਿੱਚ ਹੀ ਆਪ ਨੇ ਕੁਰਾਨ ਸ਼ਰੀਫ ਯਾਦ ਕਰ ਲਿਆ। ਇੱਕ ਸੁੰਦਰ ਬ੍ਰਾਹਮਣ ਲੜਕੇ ਮਾਧੋ ਲਾਲ ਨਾਲ ਪਿਆਰ ਹੋਣ ਕਰਕੇ ਆਪ ਨੂੰ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਪੁਕਾਰਿਆ ਜਾਣ ਲੱਗ ਪਿਆ। ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ। 1593 ਈਸਵੀ ਵਿੱਚ ਆਪ ਅਕਾਲ ਚਲਾਣਾ ਕਰ ਗਏ। ਆਪ ਦਾ ਮਜ਼ਾਰ ਸ਼ਾਲਾਮਾਰ ਬਾਗ ਦੇ ਕੋਲ ਹੈ ਅਤੇ ਉੱਥੇ ਹਰ ਸਾਲ ਉਰਸ ਭਾਵ ਮੇਲਾ ਲੱਗਦਾ ਹੈ। ਸ਼ਾਹ ਹੁਸੈਨ ਪੰਜਾਬੀ ਵਿੱਚ ਲਿਖਣ ਵਾਲੇ ਸੂਫੀ ਕਵੀ ਸਨ। ਆਪ ਦੀਆਂ ਨਿੱਕੀਆਂ ਅਤੇ ਭਾਵਪੂਰਤ ਕਾਫੀਆਂ ਮਿੱਠੀ ਬੋਲੀ ਵਿੱਚ ਲਿਖੀਆਂ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਦੀ ਗਿਣਤੀ 162 ਹੈ। ਸ਼ਾਹ ਹੁਸੈਨ ਜੀ ਦੇ ਵਿਚਾਰਾਂ ਅਨੁਸਾਰ ਚੰਗੇ ਅਮਲ ਮਨੁੱਖ ਦੇ ਜੀਵਨ ਨੂੰ ਸਵਾਰਦੇ ਹਨ। ਅਮਲਾਂ ਤੋਂ ਬਿਨਾਂ ਖੁਆਰੀ ਹੁੰਦੀ ਹੈ। ਹਰ ਚੀਜ਼ ਰੱਬ ਦੇ ਭੈ ਵਿੱਚ ਬੱਝੀ ਹੋਈ ਹੈ, ਰੱਬ ਦੇ ਹੁਕਮ ਵਿੱਚ ਬੱਝੀ ਹੋਈ ਹੈ। ਆਪ ਦਾ ਵਿਚਾਰ ਹੈ ਕਿ ਜੇਕਰ ਦਿਲ ਦਾ ਵਿਹੜਾ ਕੂੜੇ ਨਾਲ ਭਰ ਜਾਵੇ ਤਾਂ ਬੁਹਾਰੀ ਦੇਣੀ ਠੀਕ ਹੈ। ਆਪ ਅਨੁਸਾਰ ਜੰਗਲਾਂ ਵਿੱਚ ਘੁੰਮਣ ਨਾਲ ਪ੍ਰੀਤਮ ਨਹੀਂ ਮਿਲਦਾ, ਉਸ ਦੀ ਖੋਜ ਆਪਣੇ ਅੰਦਰ ਕਰਨੀ ਚਾਹੀਦੀ ਹੈ। ਆਪ ਦੀਆਂ ਕਾਫੀਆਂ ਤੀਬਰ ਪਿਆਰ ਅਤੇ ਵੈਰਾਗ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਮਸਤੀ ਛਾ ਜਾਂਦੀ ਹੈ। ਆਪ ਜੀ ਦੀਆਂ ਕਾਫੀਆਂ ਦਾ ਸੰਗ੍ਰਹਿ ਕਲਾਮ ਸ਼ਾਹ ਹੁਸੈਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ। ਆਪ ਜੀ ਦੀਆਂ 3 ਰਚਨਾਵਾਂ ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਹਨ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਆਪਾਂ ਰਚਨਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਵਿਆਖਿਆ ਕਰਾਂਗੇ ਅਤੇ ਕੇਂਦਰੀ ਭਾਵ ਕਰਾਂਗੇ। ਸ਼ਾਹ ਹੁਸੈਨ ਜੀ ਦੀ ਪਹਿਲੀ ਕਾਫੀ ਦਾ ਨਾਂ ਹੈ ਸਭ ਕਿਛ ਮੇਰਾ ਤੂੰ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਰਹਾਓ, ਅੰਦਰ ਤੂੰ ਹੈ ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ। ਤੂੰ ਹੈ ਤਾਣਾ ਤੂੰ ਹੈ ਬਾਣਾ, ਸਭ ਕਿਛ ਮੇਰਾ ਤੂੰ। ਕਹੇ ਹੁਸੈਨ ਫਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ। ਇਸ ਕਾਫੀ ਵਿੱਚ ਕਵੀ ਆਪਣੀ ਹੋਂਦ ਨੂੰ ਨਕਾਰਦਾ ਹੋਇਆ ਪ੍ਰਭੂ ਦੀ ਹੋਂਦ ਦੇ ਸੱਚ ਨੂੰ ਬਿਆਨ ਕਰਦਾ ਹੈ। ਮਹਿਰਮ ਦਾ ਅਰਥ ਹੈ ਭੇਤੀ ਜਾਂ ਜਾਣੂ। ਰੋਮ ਰੋਮ ਦਾ ਅਰਥ ਹੈ ਵਾਲ ਵਾਲ ਜਾਂ ਰਗ ਰਗ। ਤਾਣਾ ਬਾਣਾ ਦਾ ਅਰਥ ਹੈ ਕੱਪੜੇ ਨੂੰ ਬੁਣਨ ਸਮੇਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ ਅਤੇ ਫਿਰ ਉਸ ਵਿੱਚੋਂ ਨਲੀਆਂ ਰਾਹੀਂ ਬਾਣਾ ਲੰਘਾਇਆ ਜਾਂਦਾ ਹੈ। ਇੱਥੇ ਭਾਵ ਸਰੀਰ ਦੇ ਅੰਗ ਅੰਗ ਤੇ ਰਗ ਰਗ
ਤੋਂ ਹੈ। ਸ਼ਾਹ ਹੁਸੈਨ ਬੜੇ ਨਿਰਮਾਣਤਾ ਭਰੇ ਭਾਵ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ, ਹੇ ਰੱਬਾ, ਤੂੰ ਮੇਰੀ ਦਰਦ ਭਰੀ ਹਾਲਤ ਦਾ ਭੇਤੀ ਹੈ, ਜਾਣੂ ਹੈ। ਮੇਰੇ ਅੰਦਰ ਵੀ ਤੂੰ ਵਸਦਾ ਹੈ ਅਤੇ ਬਾਹਰ ਵੀ ਤੂੰ ਵਸਦਾ ਹੈ। ਤੂੰ ਮੇਰੇ ਰੋਮ ਰੋਮ ਵਿੱਚ ਵਸਦਾ ਹੈ। ਤੂੰ ਮੇਰੇ ਸਰੀਰ ਰੂਪੀ ਕੱਪੜੇ ਦਾ ਤਾਣਾ ਵੀ ਹੈ ਅਤੇ ਬਾਣਾ ਵੀ ਹੈ। ਭਾਵ ਮੇਰੇ ਸਰੀਰ ਦਾ ਅੰਗ ਅੰਗ ਤੇ ਰਗ ਰਗ ਸਭ ਕੁਝ ਤੂੰ ਹੀ ਹੈ। ਸ਼ਾਹ ਹੁਸੈਨ ਇੱਕ ਨਿਮਾਣਾ ਫਕੀਰ ਹੈ, ਇਸ ਲਈ ਉਹ ਆਖਦਾ ਹੈ ਕਿ ਮੇਰੇ ਵਿੱਚ ਮੇਰਾ ਕੁਝ ਨਹੀਂ, ਸਗੋਂ ਮੈਂ ਜੋ ਕੁਝ ਹਾਂ ਅਸਲ ਵਿੱਚ, ਹੇ ਪ੍ਰਭੂ, ਉਹ ਤੂੰ ਹੀ ਹੈ। ਭਾਵ ਮੇਰੀ ਆਪਣੀ ਹਸਤੀ ਕੁਝ ਨਹੀਂ, ਸਗੋਂ ਸਭ ਕੁਝ ਪ੍ਰਭੂ ਦਾ ਹੀ ਹੈ। ਇਸ ਕਾਫੀ ਦਾ ਕੇਂਦਰੀ ਭਾਵ ਇਹ ਹੈ ਕਿ ਮਨੁੱਖ ਦੀ ਹਸਤੀ ਕੁਝ ਵੀ ਨਹੀਂ, ਸਗੋਂ ਜੋ ਕੁਝ ਹੈ ਪ੍ਰਭੂ ਆਪ ਹੀ ਹੈ ਅਤੇ ਉਹ ਉਸ ਦੇ ਅੰਦਰ ਬਾਹਰ ਅਤੇ ਰੋਮ ਰੋਮ ਵਿੱਚ ਵਸਦਾ ਹੈ। ਉਸ ਦੇ ਸਰੀਰ ਦਾ ਤਾਣਾ ਬਾਣਾ ਉਹ ਆਪ ਹੀ ਹੈ। ਸ਼ਾਹ ਹੁਸੈਨ ਜੀ ਦੀ ਅਗਲੀ ਕਾਫੀ ਹੈ ਸਾਈਂ ਜਨਾਂਦੜੇ ਵੱਲ। ਸਾਈਂ ਜਨਾਂਦੜੇ ਵੱਲ ਤਿੰਨਾਂ ਨੂੰ ਗਮ ਕਹਿੰਦਾ ਵੇ ਲੋਕਾ, ਰਹਾਓ ਸੇਈ ਭਲੀਆਂ ਜੋ ਰੱਬ ਵੱਲ ਆਈਆਂ, ਜਿਨ੍ਹਾਂ ਨੂੰ ਇਸ਼ਕ ਝਰੋਕਾ ਵੇ ਲੋਕਾ, ਇਸ਼ਕੇ ਦੀ ਸਿਰ ਖਾਰੀ ਚਾਈਆਂ, ਦਰ ਦਰ ਦੇਨੀਆਂ ਹੋਕਾ ਵੇ ਲੋਕਾ। ਜਨਾਂਦੜੇ ਸ਼ਬਦ ਦਾ ਅਰਥ ਹੈ ਜਿਨ੍ਹਾਂ ਵੱਲ, ਕਹਿੰਦਾ ਦਾ ਅਰਥ ਹੈ ਕਿਸ ਦਾ, ਭਾਵ ਕਿਸੇ ਦਾ ਵੀ ਨਹੀਂ। ਸੇਈ ਸ਼ਬਦ ਦਾ ਅਰਥ ਹੈ ਉਹ ਹੀ। ਝਰੋਕਾ ਸ਼ਬਦ ਦਾ ਅਰਥ ਹੈ ਚਿਰਾਂ ਦਾ ਜਾਂ ਪੁਰਾਣਾ। ਖਾਰੀ ਸ਼ਬਦ ਦਾ ਅਰਥ ਹੈ ਟੋਕਰੀ। ਇਸ ਕਾਫੀ ਵਿੱਚ ਸ਼ਾਹ ਹੁਸੈਨ ਨੇ ਇਹ ਭਾਵ ਅੰਕਿਤ ਕੀਤਾ ਹੈ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕਿਸੇ ਦਾ ਕੋਈ ਗਮ, ਡਰ ਜਾਂ ਫਿਕਰ ਨਹੀਂ ਹੁੰਦਾ, ਉਹ ਬੇਪਰਵਾਹ ਹੁੰਦੇ ਹਨ। ਸ਼ਾਹ ਹੁਸੈਨ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਜਿਨ੍ਹਾਂ ਵੱਲ ਰੱਬ ਆਪ ਹੁੰਦਾ ਹੈ, ਅਰਥਾਤ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਹਨਾਂ ਨੂੰ ਕਿਸੇ ਦਾ ਗਮ, ਡਰ ਜਾਂ ਫਿਕਰ ਨਹੀਂ ਹੁੰਦਾ। ਉਹ ਜੀਵ ਰੂਪ ਇਸਤਰੀਆਂ ਚੰਗੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਰੱਬੀ ਇਸ਼ਕ ਦੀ ਚਿਰਾਂ ਤੋਂ ਲੱਗੀ ਲਗਨ ਹੋਣ ਕਰਕੇ ਉਹ ਰੱਬ ਦੇ ਪ੍ਰੇਮ ਦੇ ਪਾਸੇ ਵੱਲ ਲੱਗਦੀਆਂ ਹਨ। ਮੈਂ ਆਪਣੇ ਸਿਰ ਉੱਪਰ ਰੱਬੀ ਇਸ਼ਕ ਦੀ ਟੋਕਰੀ ਚੁੱਕ ਕੇ ਦਰ ਦਰ 'ਤੇ ਹੋਕਾ ਦਿੰਦੀ ਹੋਈ ਉਸ ਰੱਬ ਦੇ ਇਸ਼ਕ ਦਾ ਵਣਜ ਕਰ ਰਹੀ ਹਾਂ। ਕਹਿ ਹੁਸੈਨ ਫਕੀਰ ਸਾਈਂ ਦਾ, ਲੱਦਾ ਈ ਪ੍ਰੇਮ ਝਰੋਖਾ ਵੇ ਲੋਕਾ, ਸਾਈਂ ਜਨਾਂਦੜੇ ਵੱਲ ਤਿੰਨਾਂ ਨੂੰ ਗਮ ਕਹਿੰਦਾ ਵੇ ਲੋਕਾ, ਹੋ ਮੈਂ ਵਾਰੀ ਗਮ ਕਹਿੰਦਾ ਵੇ ਲੋਕਾ। ਲੱਦਾ ਦਾ ਅਰਥ ਹੈ ਲੱਭਾ ਹੈ। ਝਰੋਖਾ ਸ਼ਬਦ ਦਾ ਅਰਥ ਹੈ ਕੰਧ ਜਾਂ ਛੱਤ ਵਿੱਚ ਹਵਾ ਆਉਣ ਲਈ ਜਾਂ ਦੂਸਰੇ ਪਾਸੇ ਦੇਖਣ ਲਈ ਰੱਖੀ ਹੋਈ ਖਾਲੀ ਥਾਂ, ਜਿਸ ਨੂੰ ਅਸੀਂ ਬਾਰੀ ਵੀ ਕਹਿੰਦੇ ਹਾਂ। ਸਾਈਂ ਦੇ ਪ੍ਰੇਮ ਵਿੱਚ ਰੰਗਿਆ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਇਸ਼ਕ ਦੇ ਝਰੋਖੇ ਨੂੰ ਲੱਭ ਲਿਆ ਹੈ, ਜਿੱਥੋਂ ਮੈਂ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕਰ ਸਕਦੀ ਹਾਂ, ਜਿਨ੍ਹਾਂ ਵੱਲ ਰੱਬ ਆਪ ਹੁੰਦਾ ਹੈ, ਅਰਥਾਤ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਹਨਾਂ ਨੂੰ ਕਿਸੇ ਦਾ ਡਰ, ਗਮ ਜਾਂ ਫਿਕਰ ਨਹੀਂ ਹੁੰਦਾ। ਮੈਂ ਆਪਣੇ ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਕਿਉਂਕਿ ਜਿਨ੍ਹਾਂ 'ਤੇ ਉਸ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਹੁੰਦਾ। ਸਾਈਂ ਜਨਾਂਦੜੇ ਵੱਲ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕੋਈ ਗਮ ਜਾਂ ਫਿਕਰ ਫਾਕਾ ਨਹੀਂ ਹੁੰਦਾ, ਪਰ ਇਸ ਅਵਸਥਾ ਨੂੰ ਉਹ ਪ੍ਰਾਪਤ ਕਰਦੇ ਹਨ ਜਿਹੜੇ ਰੱਬ ਦੇ ਇਸ਼ਕ ਦਾ
ਵਣਜ ਵਪਾਰ ਕਰਦੇ ਹਨ। ਸ਼ਾਹ ਹੁਸੈਨ ਜੀ ਦੀ ਅਗਲੀ ਕਾਫੀ ਹੈ ਆਪ ਨੂੰ ਪਛਾਣ। ਇਸ ਕਾਫੀ ਵਿੱਚ ਕਵੀ ਆਪਣੇ ਸੂਫੀ ਵਿਚਾਰਾਂ ਨੂੰ ਅੰਕਿਤ ਕਰਦਾ ਹੋਇਆ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਤਿਆਗਣ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਲਈ ਕਹਿੰਦਾ ਹੈ। ਬੰਦੇ ਆਪ ਨੂੰ ਪਛਾਣ, ਜੇ ਤੈਂ ਆਪਣਾ ਆਪ ਪਛਾਤਾ, ਸਾਈਂ ਦਾ ਮਿਲਣ ਆਸਾਨ। ਰਹਾਓ। ਆਪ ਨੂੰ ਪਛਾਣ ਦਾ ਅਰਥ ਹੈ ਆਤਮ ਗਿਆਨ ਪ੍ਰਾਪਤ ਕਰਨਾ। ਪਛਾਤਾ ਸ਼ਬਦ ਦਾ ਅਰਥ ਹੈ ਪਛਾਣਿਆ। ਸਾਈਂ ਸ਼ਬਦ ਦਾ ਅਰਥ ਹੈ ਮਾਲਕ, ਪ੍ਰਭੂ। ਆਸਾਨ ਸ਼ਬਦ ਦਾ ਅਰਥ ਹੈ ਸੌਖਾ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਹੇ ਮਨੁੱਖ, ਤੂੰ ਆਪਣੇ ਆਪ ਦੀ ਪਛਾਣ ਕਰ। ਤੇਰੀ ਆਪਣੀ ਹਸਤੀ ਕੁਝ ਵੀ ਨਹੀਂ ਜਿਸ ਦਾ ਤੂੰ ਹੰਕਾਰ ਕਰਦਾ ਹੈ। ਤੇਰਾ ਆਪਾ ਇਸ ਸ੍ਰਿਸ਼ਟੀ ਦਾ ਇੱਕ ਅੰਗ ਹੈ ਜੋ ਕਿ ਪਰਮਾਤਮਾ ਦੇ ਆਪੇ ਦਾ ਪਸਾਰਾ ਹੈ। ਇਸ ਪ੍ਰਕਾਰ ਤੇਰਾ ਆਪਾ ਪਰਮਾਤਮਾ ਨਾਲ ਇੱਕਮਿਕ ਹੈ ਅਤੇ ਇਹ ਉਸੇ ਦਾ ਹੀ ਸਰੂਪ ਹੈ। ਜੇਕਰ ਤੂੰ ਆਪਣੇ ਆਪੇ ਦੀ ਇਸ ਹਕੀਕਤ ਨੂੰ ਪਛਾਣ ਲਵੇਂਗਾ ਤਾਂ ਤੇਰੇ ਲਈ ਮਾਲਕ ਪ੍ਰਭੂ ਨੂੰ ਮਿਲਣਾ ਸੌਖਾ ਹੋ ਜਾਵੇਗਾ। ਅਰਥਾਤ ਤੈਨੂੰ ਉਸ ਦੇ ਆਪਣੇ ਅੰਦਰੋਂ ਹੀ ਦੀਦਾਰ ਹੋ ਜਾਣਗੇ ਅਤੇ ਤੇਰੀ ਭਟਕਣਾ ਖਤਮ ਹੋ ਜਾਵੇਗੀ। ਤੈਨੂੰ ਆਪਣਾ ਆਪਾ ਪ੍ਰਭੂ ਨਾਲ ਇੱਕਮਿਕ ਹੋਇਆ ਪ੍ਰਤੀਤ ਹੋਵੇਗਾ। ਸੋਇਨੇ ਦੇ ਕੋਟ ਰੁਪਹਿਰੀ ਛੱਜੇ, ਹਰ ਬਿਨ ਜਾਣ ਮਸਾਨ। ਤੇਰੇ ਸਿਰ ਤੇ ਜਮ ਸਾਜ਼ਿਸ਼ ਕਰਦਾ, ਭਾਵੇਂ ਤੂੰ ਜਾਣ ਨਾ ਜਾਣ। ਸੋਇਨੇ ਦਾ ਅਰਥ ਹੈ ਸੋਨੇ ਦੇ, ਕੋਟ ਦਾ ਅਰਥ ਹੈ ਕਿਲੇ, ਰੁਪਹਿਰੀ ਦਾ ਅਰਥ ਹੈ ਚਾਂਦੀ ਦੇ, ਮਸਾਨ ਦਾ ਅਰਥ ਹੈ ਸ਼ਮਸ਼ਾਨ ਭੂਮੀ, ਜਮ ਸ਼ਬਦ ਦਾ ਅਰਥ ਹੈ ਜਮਦੂਤ, ਸਾਜ਼ਿਸ਼ ਸ਼ਬਦ ਦਾ ਅਰਥ ਹੈ ਕਿਸੇ ਨੂੰ ਹਾਨੀ ਪਹੁੰਚਾਉਣ ਲਈ ਕੀਤਾ ਹੋਇਆ ਗੱਠਜੋੜ। ਸ਼ਾਹ ਹੁਸੈਨ ਕਹਿੰਦਾ ਹੈ, ਹੇ ਮਨੁੱਖ, ਪਰਮਾਤਮਾ ਦੇ ਸਿਮਰਨ ਬਿਨਾਂ ਤੇਰੇ ਸੰਸਾਰਿਕ ਪਦਾਰਥਾਂ ਦੇ ਅਡੰਬਰ ਕਿਸੇ ਕੰਮ ਨਹੀਂ। ਪ੍ਰਭੂ ਨਾਮ ਤੋਂ ਬਿਨਾਂ ਤੇਰੇ ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ। ਤੂੰ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦੇ ਹੰਕਾਰ ਵਿੱਚ ਫਸ ਕੇ ਮੌਤ ਨੂੰ ਭੁੱਲਾ ਹੋਇਆ ਹੈ, ਪਰ ਇਹ ਇੱਕ ਸੱਚਾਈ ਹੈ ਕਿ ਤੇਰੇ ਸਿਰ ਉੱਪਰ ਜਮਦੂਤ ਤੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਹੈ। ਜਿਸ ਦਿਨ ਵੀ ਉਸ ਦਾ ਦਾਅ ਲੱਗ ਗਿਆ, ਉਹ ਤੈਨੂੰ ਮੌਤ ਦੇ ਹਵਾਲੇ ਕਰਕੇ ਤੇਰੀ ਹਸਤੀ ਨੂੰ ਮਿਟਾ ਦੇਵੇਗਾ ਅਤੇ ਤੇਰੇ ਸੰਸਾਰਿਕ ਪਦਾਰਥਾਂ ਦੇ ਅਡੰਬਰ ਇੱਥੇ ਧਰੇ ਧਰਾਏ ਰਹਿ ਜਾਣਗੇ। 3.5 ਹੱਥ ਮਿਲਕ ਤੂੰ ਸਾਡਾ, ਏਡੀ ਤੂੰ ਤਾਣ ਨਾ ਤਾਣ। ਸੋਇਨਾ ਰੂਪਾ ਤੇ ਮਾਲ ਖਜ਼ੀਨਾ, ਹੋਏ ਰਿਹਾ ਮਹਿਮਾਨ। ਕਹੇ ਹੁਸੈਨ ਫਕੀਰ ਨਿਮਾਣਾ, ਛੱਡ ਦੇ ਖੁਦੀ ਤੇ ਗੁਮਾਨ। ਮਿਲਕ ਸ਼ਬਦ ਦਾ ਅਰਥ ਹੈ ਜਾਇਦਾਦ, ਮਾਲਕ ਜਾਂ ਜਗੀਰ। ਤਾਣ ਨਾ ਤਾਣ ਸ਼ਬਦਾਂ ਦਾ ਅਰਥ ਹੈ ਪਸਾਰੇ ਨਾ ਪਸਾਰ। ਰੂਪਾ ਦਾ ਅਰਥ ਹੈ ਚਾਂਦੀ। ਖਜ਼ੀਨਾ ਦਾ ਅਰਥ ਹੈ ਖਜ਼ਾਨਾ। ਮਹਿਮਾਨ ਸ਼ਬਦ ਦਾ ਅਰਥ ਹੈ ਪ੍ਰਾਹੁਣਾ। ਖੁਦੀ ਸ਼ਬਦ ਦਾ ਅਰਥ ਹੈ ਹਉਮੈ ਜਾਂ ਹੰਕਾਰ ਜਾਂ ਘਮੰਡ। ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਮਨੁੱਖ, ਤੇਰੇ ਲਈ ਸੰਸਾਰਿਕ ਪਦਾਰਥਾਂ ਦੀ ਮਾਲਕੀ ਦੇ ਵੱਡੇ ਪਸਾਰੇ ਪਸਾਰਨਾ ਕਿਸੇ ਅਰਥ ਨਹੀਂ, ਕਿਉਂਕਿ ਕੇਵਲ 3.5 ਹੱਥ ਕਬਰ ਦੀ ਜ਼ਮੀਨ ਹੀ ਤੇਰੀ ਅਸਲ ਮਲਕੀਅਤ ਹੈ, ਜਿਸ ਵਿੱਚ ਤੂੰ ਮਰਨ ਮਗਰੋਂ ਸਦਾ ਲਈ ਨਿਵਾਸ ਕਰਨਾ ਹੈ।
ਤੂੰ ਜਿਹੜਾ ਬੇਅੰਤ ਸੋਨਾ ਚਾਂਦੀ ਤੇ ਮਾਲ ਖਜ਼ਾਨੇ ਇਕੱਠੇ ਕੀਤੇ ਹਨ, ਇਹ ਸਭ ਮਹਿਮਾਨ ਦੇ ਸਮਾਨ ਹਨ ਅਤੇ ਇਹ ਤੇਰੇ ਕੋਲ ਸਦਾ ਨਹੀਂ ਰਹਿਣੇ। ਤੇਰੀ ਮੌਤ ਹੋਣ ਨਾਲ ਤੇਰਾ ਇਹਨਾਂ ਨਾਲੋਂ ਸਾਥ ਟੁੱਟ ਜਾਣਾ ਹੈ। ਇਸ ਕਰਕੇ ਨਿਮਾਣਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਤੈਨੂੰ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦੀ ਹਉਮੈ ਤੇ ਹੰਕਾਰ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੇ ਆਪੇ ਦੀ ਪਛਾਣ ਕਰਦਿਆਂ ਪ੍ਰਭੂ ਨਾਲ ਇਕਮਿਕਤਾ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਆਪ ਨੂੰ ਪਛਾਣ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਨੁੱਖ ਨੂੰ ਸਿਰ 'ਤੇ ਖੜੀ ਆਪਣੀ ਮੌਤ ਦਾ ਖਿਆਲ ਕਰਦਿਆਂ ਨਾਸ਼ਮਾਨ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਛੱਡ ਕੇ ਆਪਣੇ ਆਪੇ ਦੀ ਪਛਾਣ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸ ਨੂੰ ਸਾਈਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਹੁਣ ਅਸੀਂ ਸ਼ਾਹ ਹੁਸੈਨ ਜੀ ਦੀਆਂ ਕਾਫੀਆਂ ਬਾਰੇ ਕੁਝ ਅਭਿਆਸੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਆਪ ਨੂੰ ਪਛਾਣ ਕਾਫੀ ਕਿਸ ਨੂੰ ਸੰਬੋਧਿਤ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਆਪ ਨੂੰ ਪਛਾਣ ਕਾਫੀ ਬੰਦੇ ਨੂੰ ਸੰਬੋਧਿਤ ਹੈ। ਅਗਲਾ ਪ੍ਰਸ਼ਨ ਹੈ, ਕਿਸ ਦੀ ਪਛਾਣ ਕਰਨ ਨਾਲ ਸਾਈਂ ਦਾ ਮਿਲਣ ਆਸਾਨ ਹੁੰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਆਪੇ ਦੀ ਪਛਾਣ ਕਰਨ ਨਾਲ ਸਾਈਂ ਦਾ ਮਿਲਣ ਆਸਾਨ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸ਼ਾਹ ਹੁਸੈਨ ਅਨੁਸਾਰ ਬੰਦੇ ਦੇ ਸਿਰ 'ਤੇ ਕੌਣ ਸਾਜ਼ਿਸ਼ ਕਰ ਰਿਹਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸ਼ਾਹ ਹੁਸੈਨ ਅਨੁਸਾਰ ਬੰਦੇ ਦੇ ਸਿਰ 'ਤੇ ਜੰਮ ਸਾਜ਼ਿਸ਼ ਕਰ ਰਿਹਾ ਹੈ। ਅਗਲਾ ਪ੍ਰਸ਼ਨ ਹੈ, ਬੰਦੇ ਦੇ ਕੰਮ ਆਉਣ ਵਾਲੀ ਅਸਲ ਜਾਇਦਾਦ ਕਿੰਨੀ ਕੁ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬੰਦੇ ਦੇ ਕੰਮ ਆਉਣ ਵਾਲੀ ਅਸਲ ਜਾਇਦਾਦ 3.5 ਹੱਥ ਹੈ। ਅਗਲਾ ਪ੍ਰਸ਼ਨ ਹੈ, ਆਪ ਨੂੰ ਪਛਾਣ ਕਾਫੀ ਵਿੱਚ ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਆਪ ਨੂੰ ਪਛਾਣ ਕਾਫੀ ਵਿੱਚ ਬੰਦੇ ਨੂੰ ਆਪੇ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਅਗਲਾ ਪ੍ਰਸ਼ਨ ਹੈ, ਸ਼ਾਹ ਹੁਸੈਨ ਕਿਸ ਕਾਵਿਧਾਰਾ ਦਾ ਕਵੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸ਼ਾਹ ਹੁਸੈਨ ਸੂਫੀ ਕਾਵਿਧਾਰਾ ਦਾ ਕਵੀ ਹੈ। ਅਗਲਾ ਪ੍ਰਸ਼ਨ ਹੈ, ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲੇ ਕਿਉਂ ਸ਼ਮਸ਼ਾਨ ਸਮਾਨ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਪ੍ਰਭੂ ਦੀ ਯਾਦ ਤੋਂ ਬਿਨਾਂ ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲੇ ਸ਼ਮਸ਼ਾਨ ਸਮਾਨ ਹਨ। ਅਗਲਾ ਪ੍ਰਸ਼ਨ ਹੈ, 3.5 ਹੱਥ ਮਿਲਖ ਤੁਸਾਡਾ ਏਡੀ ਤੂੰ ਤਾਣ ਨਾ ਤਾਣ ਉਪਰੋਕਤ ਕਾਵ ਸਤਰ ਕਿਸ ਕਵੀ ਦੀ ਰਚਨਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, 3.5 ਹੱਥ ਮਿਲਕ ਤੁਸਾਡਾ ਏਡੀ ਤੂੰ ਤਾਣ ਨਾ ਤਾਣ ਕਾਵ ਸਤਰ ਸ਼ਾਹ ਹੁਸੈਨ ਦੀ ਰਚਨਾ ਹੈ। ਅਗਲਾ ਪ੍ਰਸ਼ਨ ਹੈ, ਆਪ ਨੂੰ ਪਛਾਣ ਕਾਫੀ ਵਿੱਚ ਸ਼ਾਹ ਹੁਸੈਨ ਨੇ ਆਪਣੇ ਲਈ ਕਿਹੜਾ ਸ਼ਬਦ ਵਰਤਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਆਪ ਨੂੰ ਪਛਾਣ ਕਾਫੀ ਵਿੱਚ ਸ਼ਾਹ ਹੁਸੈਨ ਨੇ ਆਪਣੇ ਲਈ ਨਿਮਾਣਾ ਸ਼ਬਦ ਵਰਤਿਆ ਹੈ। ਅਗਲਾ ਪ੍ਰਸ਼ਨ ਹੈ, ਸੋਇਨਾ ਰੂਪਾ ਤੇ ਮਾਲ ਖਜ਼ੀਨਾ ਹੋਏ ਰਿਹਾ ਮਹਿਮਾਨ, ਇਸ ਤੁਕ ਵਿੱਚ ਕਿਸ ਗੱਲ ਵੱਲ ਇਸ਼ਾਰਾ ਕੀਤਾ ਗਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸੋਇਨਾ ਰੂਪਾ ਤੇ ਮਾਲ ਖਜ਼ੀਨਾ ਹੋਏ ਰਿਹਾ ਮਹਿਮਾਨ ਤੁਕ ਵਿੱਚ ਧਨ ਪਦਾਰਥ ਦੀ ਵਿਅਰਥਤਾ ਵੱਲ ਇਸ਼ਾਰਾ ਕੀਤਾ ਗਿਆ ਹੈ। ਅਗਲਾ ਪ੍ਰਸ਼ਨ ਹੈ, ਸਭ ਕਿਛ ਮੇਰਾ ਤੂੰ ਕਾਫੀ ਵਿੱਚ
किस दी होंद स्वीकार की गई है? इस प्रश्न का उत्तर है सब किछ मेरा तू काफ़ी विच रब दी होंद स्वीकार की गई है। अगला प्रश्न है सब किछ मेरा तू कविता किस नूं संबोधित है? इस प्रश्न का उत्तर है सब किछ मेरा तू कविता रब नूं संबोधित है। अगला प्रश्न है शाह हुसैन किहड़े इश्क की गल करते हैं? इस प्रश्न का उत्तर है शाह हुसैन इश्क हकीकी की गल करते हैं। अगला प्रश्न है जीव इस्त्री सिर उत्ते की चुक के दर दर ते होका दे रही है? इस प्रश्न का उत्तर है जीव इस्त्री सिर उत्ते इश्क की खारी चुक के दर दर ते होका दे रही है। अगला प्रश्न है जीव इस्त्री कादा व्यापार कर रही है? इस प्रश्न का उत्तर है जीव इस्त्री इश्क का व्यापार कर रही है। अगला प्रश्न है साईं जिनांदड़े वाल कविता किस नूं संबोधित है? इस प्रश्न का उत्तर है साईं जिनांदड़े वाल कविता लोकां नूं संबोधित है। अगला प्रश्न है इश्के दी सिरखारी चाइयां दर दर देनियां होका वे लोका यह काव सतर किस कविता विचों है? इस प्रश्न का उत्तर है इश्के दी सिरखारी चाइयां दर दर देनियां होका वे लोका यह काव सतर साईं जिनांदड़े वाल कविता विचों है। अगला प्रश्न है शाह हुसैन अनुसार रब वल लगन वालियां जीव इस्त्रियां किहो जिहियां हन? इस प्रश्न का उत्तर है शाह हुसैन अनुसार रब वल लगन वालियां जीव इस्त्रियां चंगियां हन। अगला प्रश्न है किन्ना नूं कोई गम नहीं हुंदा? इस प्रश्न का उत्तर है जिन्ना वल रब होवे उन्हां नूं कोई गम नहीं हुंदा। अगला प्रश्न है कवि ने हाल दा महरम किस नूं आख्या है? इस प्रश्न का उत्तर है कवि ने रब नूं हाल दा महरम आख्या है। अगला प्रश्न है शाह हुसैन किस नूं अंदर बाहर ते रोम रोम विच वसदा अते शरीर दा ताना बाना अनुभव करते हैं? इस प्रश्न का उत्तर है शाह हुसैन रब नूं अंदर बाहर ते रोम रोम विच वसदा अते शरीर दा ताना बाना अनुभव करते हैं। अगला प्रश्न है शाह हुसैन ने किस काव रूप विच रचना की? इस प्रश्न का उत्तर है शाह हुसैन ने काफ़ी काव रूप विच रचना की। अगला प्रश्न है कहे हुसैन फकीर निमाणा छड्ड दे खुदी ते गुमान। इस तुक विच कवि मनुख नूं की छड्डण दा उपदेश दिंदा है? इस प्रश्न का उत्तर है कहे हुसैन फकीर निमाणा छड्ड दे खुदी ते गुमान। इस तुक विच कवि मनुख नूं खुदी ते गुमान छड्डण दा उपदेश दिंदा है। अगला प्रश्न है शाह हुसैन ने कुल किन्नियां काफियां रचियां? इस प्रश्न का उत्तर है शाह हुसैन ने कुल 162 काफियां रचियां। अगला प्रश्न है सोइने दे कोट रुपैरी छज्जे हर बिन जान मसान यह काव सतर किस कविता विचों है? इस प्रश्न का उत्तर है सोइने दे कोट रुपैरी छज्जे हर बिन जान मसान यह काव सतर आप नूं पछाण कविता विचों है। अगला प्रश्न है तू है ताना
ਤੂੰ ਹੈ ਬਾਣਾ, ਸਭ ਕਿਛ ਮੇਰਾ ਤੂੰ। ਇਹ ਕਾਵ ਸਤਰ ਕਿਸ ਕਵੀ ਦੀ ਰਚਨਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਤੂੰ ਹੈ ਤਾਣਾ, ਤੂੰ ਹੈ ਬਾਣਾ, ਸਭ ਕਿਛ ਮੇਰਾ ਤੂੰ। ਇਹ ਕਾਵ ਸਤਰ ਸ਼ਾਹ ਹੁਸੈਨ ਦੀ ਰਚਨਾ ਹੈ। ਅਗਲਾ ਪ੍ਰਸ਼ਨ ਹੈ ਮਹਿਰਮ ਸ਼ਬਦ ਦਾ ਕੀ ਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਮਹਿਰਮ ਸ਼ਬਦ ਦਾ ਅਰਥ ਹੈ ਜਾਣੂ ਜਾਂ ਭੇਤੀ। ਅਗਲਾ ਪ੍ਰਸ਼ਨ ਹੈ ਸਭ ਕਿਛ ਮੇਰਾ ਤੂੰ ਕਾਫੀ ਦਾ ਕੇਂਦਰੀ ਭਾਵ ਲਿਖੋ। ਇਸ ਕਾਫੀ ਦਾ ਕੇਂਦਰੀ ਭਾਵ ਹੈ ਮਨੁੱਖ ਦੀ ਹਸਤੀ ਕੁਝ ਵੀ ਨਹੀਂ, ਸਗੋਂ ਜੋ ਕੁਝ ਹੈ ਪ੍ਰਭੂ ਆਪ ਹੀ ਹੈ ਅਤੇ ਉਹ ਉਸ ਦੇ ਅੰਦਰ ਬਾਹਰ ਤੇ ਰੋਮ ਰੋਮ ਵਿੱਚ ਵਸਦਾ ਹੈ। ਉਸ ਦੇ ਸਰੀਰ ਦਾ ਤਾਣਾ ਬਾਣਾ ਉਹ ਆਪ ਹੀ ਹੈ। ਅਗਲਾ ਪ੍ਰਸ਼ਨ ਹੈ ਸਾਈਂ ਜਿਨੰਦੜੇ ਵੱਲ ਕਾਫੀ ਦਾ ਕੇਂਦਰੀ ਭਾਵ ਲਿਖੋ। ਇਸ ਕਾਫੀ ਦਾ ਕੇਂਦਰੀ ਭਾਵ ਹੈ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕੋਈ ਗਮ ਜਾਂ ਫਿਕਰ ਫਾਕਾ ਨਹੀਂ ਹੁੰਦਾ, ਪਰ ਇਸ ਅਵਸਥਾ ਨੂੰ ਉਹ ਪ੍ਰਾਪਤ ਕਰਦੇ ਹਨ ਜਿਹੜੇ ਰੱਬ ਦੇ ਇਸ਼ਕ ਦਾ ਵਣਜ ਵਪਾਰ ਕਰਦੇ ਹਨ। ਅਗਲਾ ਪ੍ਰਸ਼ਨ ਹੈ ਆਪ ਨੂੰ ਪਛਾਣ ਕਾਫੀ ਦਾ ਕੇਂਦਰੀ ਭਾਵ ਲਿਖੋ। ਇਸ ਕਾਫੀ ਦਾ ਕੇਂਦਰੀ ਭਾਵ ਹੈ ਕਿ ਮਨੁੱਖ ਨੂੰ ਸਿਰ ਤੇ ਖੜੀ ਆਪਣੀ ਮੌਤ ਦਾ ਖਿਆਲ ਕਰਦਿਆਂ ਨਾਸ਼ਮਾਨ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਛੱਡ ਕੇ ਆਪਣੇ ਆਪੇ ਦੀ ਪਛਾਣ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸ ਨੂੰ ਸਾਈਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਸੋ ਇਹ ਸਨ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵ ਦੇ ਕਵੀ ਸ਼ਾਹ ਹੁਸੈਨ ਦੀਆਂ ਰਚਨਾਵਾਂ, ਜਿਨ੍ਹਾਂ ਨਾਲ ਪੰਜਾਬੀ ਵਿੱਚ ਸੂਫੀ ਕਾਵਧਾਰਾ ਵਿੱਚ ਮਸਤੀ, ਸ਼ੌਂਕ, ਚਾਓ, ਇਸ਼ਕ, ਬੇਪਰਵਾਹੀ ਅਤੇ ਬੇਨਿਆਜੀ ਜਿਹੇ ਭਾਵ ਉਜਾਗਰ ਹੋਣ ਲੱਗੇ ਅਤੇ ਸੂਫੀ ਵਿਚਾਰਧਾਰਾ ਤਪ ਸਾਧਨਾ ਦੀ ਥਾਂ ਪ੍ਰਭੂ ਪ੍ਰੀਤੀ ਦੇ ਰੰਗ ਵਿੱਚ ਰੰਗੀ ਗਈ। ਸ਼ਾਹ ਹੁਸੈਨ ਨੇ ਸਾਨੂੰ ਆਪਣੇ ਆਪ ਦੀ ਪਛਾਣ ਕਰਕੇ, ਚੰਗੇ ਅਮਲ ਕਰਕੇ, ਪਰਮਾਤਮਾ ਦੀ ਬੰਦਗੀ ਕਰਕੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਧੰਨਵਾਦ।